Hello, dear student. Today we will start the second part of lesson 5th Life in the Evergreen Forest. Student, ਅੱਜ ਆਪਾਂ 5th lesson ਦਾ second part ਕਰਾਂਗੇ ਜਿਸ ਦੇ ਵਿੱਚ ਆਪਾਂ ਕਲਾਈਮੈਟਿਕ ਕੰਡੀਸ਼ਨ ਤੋਂ ਇਸ ਦੀ ਸ਼ੁਰੂਆਤ ਕਰਾਂਗੇ। ਠੀਕ ਹੈ, ਇਸ ਦੇ ਵਿੱਚ ਆਪਾਂ ਕਲਾਈਮੇਟ ਜੋ ਹੈ DRC ਦਾ ਉਸ ਦੇ ਬਾਰੇ ਪੜਾਂਗੇ। First of all, the climate is hot and humid almost throughout the year due to its location near the equator. The sun shines brightly and the heat is unbearable during the daytime. The hilly region experience comparatively low temperature in the afternoon. The sky is full of dark cloud which provide heavy rainfall almost every day. The total rainfall is about 200 centimeter per year and it decreases toward north and south. ਇਸ ਦੇ ਵਿੱਚ ਕੀ ਆ, ਇਸ ਦੇ ਵਿੱਚ ਆਪਾਂ ਕਲਾਈਮੇਟਿਕ ਕੰਡੀਸ਼ਨਸ ਦੇ ਬਾਰੇ ਪੜ੍ਹ ਰਹੇ ਹਾਂ ਕੋਂਗੋ ਦੀਆਂ। ਜੋ ਇੱਥੇ ਕਲਾਈਮੇਟ ਆ ਉਹ ਸਾਰਾ ਸਾਲ ਕਿੱਦਾਂ ਦਾ ਰਹਿੰਦਾ, ਹੌਟ ਐਂਡ ਹਿਊਮਿਡ ਰਹਿੰਦਾ ਹੈ, ਗਰਮੀ ਵਾਲਾ ਅਤੇ ਹੁਮਸ ਭਰਾ ਰਹਿੰਦਾ ਹੈ ਸਾਰਾ ਸਾਲ। ਠੀਕ ਹੈ, ਕਿਉਂਕਿ ਇਸ ਦੀ ਲੋਕੇਸ਼ਨ ਕਿੱਥੇ ਆ, ਇਕੁਏਟਰ ਦੇ ਨੇੜੇ ਆ। ਠੀਕ ਹੈ, ਸਨਸ਼ਾਈਨ ਜੋ ਸੂਰਜ ਆ ਸਾਰਾ ਸਾਲ ਇੱਥੇ ਤਿੱਖਾ ਚਮਕਦਾ ਰਹਿੰਦਾ ਹੈ ਅਤੇ ਇਸ ਦੀ ਜੋ ਗਰਮੀ ਆ ਉਹ ਸਹਿਣ ਨਹੀਂ ਕੀਤੀ ਜਾ ਸਕਦੀ ਦਿਨ ਦੇ ਸਮੇਂ। ਠੀਕ ਆ, ਅਤੇ ਜਿਹੜੇ ਹਿਲੀ ਰੀਜਨ ਨੇ, ਪਹਾੜੀ ਇਲਾਕੇ ਨੇ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਟੈਂਪਰੇਚਰ ਘੱਟ ਹੁੰਦਾ ਹੈ ਬਾਕੀ ਇਲਾਕਿਆਂ ਦੇ ਨਾਲੋਂ। ਆਫਟਰਨੂਨ ਜੇਕਰ ਆਪਾਂ ਦੁਪਹਿਰ ਦੀ ਗੱਲ ਕਰੀਏ ਤਾਂ ਸਕਾਈ ਕੀ ਆ, ਆਸਮਾਨ ਕੀ ਆ, ਫੁੱਲ ਹੋ ਜਾਂਦਾ ਹੈ ਡਾਰਕ ਕਲਾਊਡ ਦੇ ਨਾਲ, ਬੱਦਲਾਂ ਦੇ ਨਾਲ ਭਰ ਜਾਂਦਾ ਹੈ ਜਿਹੜਾ ਕਿ ਹੈਵੀ ਰੇਨਫਾਲ ਪ੍ਰੋਵਾਈਡ ਕਰਦਾ ਹੈ ਹਰ ਦਿਨ। ਠੀਕ ਹੈ, ਇੱਥੇ ਟੋਟਲ ਜੋ ਰੇਨਫਾਲ ਹੈ 200 ਸੈਂਟੀਮੀਟਰ ਪਰ ਈਅਰ, ਸਾਲ ਦੇ ਵਿੱਚ ਇੱਥੇ 200 ਸੈਂਟੀਮੀਟਰ ਵਰਖਾ ਹੋ ਜਾਂਦੀ ਹੈ ਅਤੇ ਇਹ ਡਿਕਰੀਜ਼ ਹੁੰਦੀ ਹੈ, ਘਟਦੀ ਜਾਂਦੀ ਹੈ ਨੌਰਥ ਵੱਲ ਜਾਂਦੇ ਅਤੇ ਸਾਊਥ ਵੱਲ ਜਾਂਦੇ। ਠੀਕ ਹੈ, ਨੈਕਸਟ ਆਪਾਂ ਪੜ੍ਹਦੇ ਹਾਂ ਨੈਚੁਰਲ ਵੈਜੀਟੇਸ਼ਨ ਐਂਡ ਵਾਈਲਡ ਲਾਈਫ। A large part of country is covered with dense evergreen forests. The tall trees grow close to each other and form a canopy at the top. Hence, sunlight is not able to reach the ground. ਦੇਖੋ ਇਸ ਦਾ ਜੋ ਲਾਰਜ ਪਾਰਟ ਹੈ DRC ਦਾ ਉਹ ਕੀ ਹੈ, ਐਵਰਗ੍ਰੀਨ ਫੋਰੈਸਟ ਦੇ ਨਾਲ ਕਵਰਡ ਹੈ, ਢਕਿਆ ਹੋਇਆ ਹੈ। ਇਸ ਦੇ ਵਿੱਚ ਕੀ ਹੈ, ਲੰਬੇ ਲੰਬੇ ਦਰਖਤ ਪਾਏ ਜਾਂਦੇ ਨੇ ਜਿਨ੍ਹਾਂ ਦੀਆਂ ਕਿ ਉੱਤੋਂ ਕਨੋਪੀ ਟਾਈਪ ਟੌਪਸ ਹੁੰਦੀਆਂ ਨੇ ਇੱਕ। ਠੀਕ ਹੈ, ਜੋ ਆਪਸ ਦੇ ਵਿੱਚ ਇੱਕ ਦੂਜੇ ਨਾਲ ਕਨੈਕਟ ਹੁੰਦੀਆਂ, ਫਸੀਆਂ ਹੋਈਆਂ ਹੁੰਦੀਆਂ ਨੇ। ਹੈਂਸ ਸਨਲਾਈਟ ਇਜ਼ ਨਾਟ ਏਬਲ ਟੂ ਰੀਚ ਦਾ ਗਰਾਊਂਡ। ਇਸੇ ਕਰਕੇ ਜੋ ਸਨਲਾਈਟ ਹੈ, ਧੁੱਪ ਹੈ, ਉਹ ਗਰਾਊਂਡ ਤੱਕ, ਇਹਨਾਂ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚ ਸਕਦੀ। ਠੀਕ ਹੈ, The forests have a large variety of trees along with the creeper, climber, shrubs. The main trees are ebony, mahogany, and rosewood. The savannas, grassland are in the northern and southern part of the country. ਇੱਥੇ ਬਹੁਤ ਟਾਈਪ ਦੇ, ਬਹੁਤ ਕਿਸਮ ਦੇ ਵੈਜੀਟੇਸ਼ਨ ਦਰਖਤ ਪਾਏ ਜਾਂਦੇ ਨੇ, ਪਰ ਉਹਨਾਂ ਵਿੱਚ ਜਿਹੜੇ ਮੇਨ ਨੇ ਉਹ ਇੱਥੇ ਲਿਖੇ ਹੋਏ ਨੇ, ਇਵੋਨੀਆ, ਮਹੋਗਨੀਆ, ਰੋਜ਼ਵੁੱਡ ਨੇ, ਇੱਦਾਂ ਪਾਏ ਜਾਂਦੇ ਨੇ। ਇਸ ਤੋਂ ਇਲਾਵਾ ਇੱਥੇ ਸਵਾਨਾ ਗ੍ਰਾਸਲੈਂਡ ਵੀ ਪਾਏ ਜਾਂਦੇ ਨੇ ਜੋ ਕਿ ਇੱਥੇ ਪਿਕਚਰ ਤੁਸੀਂ ਦੇਖ ਸਕਦੇ ਹੋ। ਇਹਨਾਂ ਨੂੰ ਆਪਾਂ ਘਾਹ ਦੇ ਮੈਦਾਨ ਕਹਿੰਦੇ ਹਾਂ, ਜਿਵੇਂ ਪੈਰੀਜ਼, ਵੈਲਡ ਇੱਦਾਂ ਵੀ ਮਿਲਦੇ ਆ ਘਾਹ ਦੇ ਮੈਦਾਨ। ਉਹਨਾਂ ਵਿੱਚੋਂ ਇੱਕ ਇੱਥੇ ਸਵਾਨਾ ਨਾਂ ਦੇ ਏਰੀਏ ਦੇ ਵਿੱਚ ਜੋ ਗ੍ਰਾਸਲੈਂਡ ਪਾਏ ਜਾਂਦੇ ਨੇ ਉਹਨਾਂ ਆਪਾਂ ਸਵਾਨਾ ਗ੍ਰਾਸਲੈਂਡ ਕਹਿੰਦੇ ਹਾਂ, ਇਹ ਵੀ ਪਾਏ ਜਾਂਦੇ ਨੇ। ਠੀਕ ਹੈ, ਜੋ ਕਿ ਜ਼ਿਆਦਾਤਰ ਨਦਰਨ ਐਂਡ ਸਦਰਨ ਪਾਰਟ ਦੇ ਵਿੱਚ, ਦੱਖਣ ਅਤੇ ਉੱਤਰ ਦੇ ਜਿਹੜੇ ਪਾਰਟ ਨੇ ਇਸ ਕੰਟਰੀ ਦੇ, ਉਹਨਾਂ ਦੇ ਵਿੱਚ ਇਹ ਪਾਏ ਜਾਂਦੇ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ ਟਰੋਪੀਕਲ ਰੇਨ ਫੋਰੈਸਟ ਆਰ ਫੁੱਲ ਆਫ ਐਨੀਮਲ। ਜਿਹੜੇ ਆਹ ਟਰੋਪੀਕਲ ਰੇਨ ਫੋਰੈਸਟ ਜੰਗਲ ਨੇ, ਇਹਨਾਂ ਦੇ ਵਿੱਚ ਫੁੱਲ ਐਨੀਮਲ ਨੇ, ਹਰ ਇੱਕ ਟਾਈਪ ਦੇ ਐਨੀਮਲ ਮਿਲਦੇ ਨੇ, ਬਰਡ ਮਿਲਦੇ ਨੇ, ਰੈਪਟਾਈਲਸ ਮਿਲਦੇ ਨੇ, ਇਨਸੈਕਟ ਮਿਲਦੇ ਨੇ। ਠੀਕ ਹੈ, ਜਿਨ੍ਹਾਂ ਦੇ ਵਿੱਚ ਰਾਈਨੋਸੋਰਸ ਹੋ ਗਿਆ, ਐਲੀਫੈਂਟ, ਹਿਪੋਪੋਟਾਮਸ ਹੋ ਗਿਆ, ਲਿਵ ਇਨ ਦਾ ਸਵੈਮ, ਜਿਹੜੇ ਕਿ ਇੱਕ ਦਲਦਲ ਭਰੇ ਇਲਾਕਿਆਂ ਵਿੱਚ ਰਹਿੰਦੇ ਨੇ। ਰਿਵਰ ਦੇ ਵਿੱਚ ਇੱਥੇ ਜਿਹੜੇ ਰਹਿੰਦੇ ਨੇ ਕਰੋਕੋਡਾਈਲ, ਐਲੀਗੇਟਰ ਪਾਏ ਜਾਂਦੇ ਨੇ। ਇਸ ਤੋਂ ਇਲਾਵਾ ਇੱਥੇ ਲਾਇਨਸ, ਲੈਪਰਡ, ਜਿਰਾਫ, ਜੈਬਰਾਜ਼, ਵੋਲਵਸ, ਇਹ ਸਾਰੇ ਇਹਨਾਂ ਦੇ ਵਿੱਚ ਜਿਹੜੇ ਗ੍ਰਾਸਲੈਂਡ ਨੇ ਇਹਨਾਂ ਦੇ ਵਿੱਚ ਪਾਏ ਜਾਂਦੇ ਨੇ। ਦਾ ਪੋਇਜ਼ਨਸ ਸੇ ਫਲਾਈ ਬਿਲੋਂਗ ਟੂ ਦਿਸ ਰੀਜਨ। ਇੱਥੇ ਇੱਕ ਸੇ ਫਲਾਈ ਨਾਂ ਦੀ
ਜੋ ਕਿ ਇੱਕ ਫਲਾਈ ਹੈ, ਮੱਖੀ ਹੈ, ਉਹ ਵੀ ਪਾਈ ਜਾਂਦੀ ਜੋ ਕਿ ਬਹੁਤ ਹੀ ਜ਼ਹਿਰੀਲੀ ਹੈ, ਖਤਰਨਾਕ ਮੰਨੀ ਜਾਂਦੀ ਇਸ ਰੀਜਨ ਦੇ ਵਿੱਚ। To save the wildlife from hunting for pleasure, the government has set up wildlife sanctuaries and national park। ਕੁਝ ਪਲੇਜ਼ਰ ਦੇ ਲਈ, ਸ਼ੌਂਕ ਦੇ ਲਈ ਹੰਟਿੰਗ ਕਰਦੇ ਆ, ਜਾਨਵਰਾਂ ਦਾ ਸ਼ਿਕਾਰ ਕਰਦੇ ਆ, ਉਹਨਾਂ ਨੂੰ ਰੋਕਣ ਦੇ ਲਈ ਗੌਰਮੈਂਟ ਨੇ ਕੀ ਆ, ਵਾਈਲਡ ਲਾਈਫ ਸੈਂਚੁਰੀਜ਼ ਅਤੇ ਨੈਸ਼ਨਲ ਪਾਰਕ ਵੀ ਡਿਵੈਲਪ ਕੀਤੇ ਹੋਏ ਆ, ਬਣਾਏ ਗਏ ਨੇ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਇਕਨੋਮਿਕ ਐਕਟੀਵਿਟੀਜ਼ ਦੀ। ਇਕਨੋਮਿਕ ਐਕਟੀਵਿਟੀਜ਼ ਜੋ ਆਰਥਿਕ ਗਤੀਵਿਧੀਆਂ ਨੇ, ਇਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। The DRC is rich in minerals such as cobalt, cadmium, copper, zinc, silver, gold, diamond and uranium। ਇੱਥੇ ਜਿਹੜੇ ਕਾਫੀ ਕਿਸਮ ਦੇ ਮਿਨਰਲਸ ਪਾਏ ਜਾਂਦੇ ਨੇ, ਕਾਫੀ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਆ DRC ਦੇ ਵਿੱਚ। ਠੀਕ ਹੈ, ਜਿਹਦੇ ਵਿੱਚ ਸਿਲਵਰ, ਗੋਲਡ, ਡਾਇਮੰਡ, ਯੂਰੇਨੀਅਮ, ਕਾਰਡੀਮਮ, ਕਾਪਰ, ਇਹ ਸਾਰੇ ਟਾਈਪ ਦੇ ਇੱਥੇ ਮਿਨਰਲਸ ਪਾਏ ਜਾਂਦੇ ਨੇ। ਠੀਕ ਹੈ, ਇਹ ਜ਼ਿਆਦਾਤਰ ਕਿੱਥੇ ਪਾਏ ਜਾਂਦੇ ਆ? ਮੋਸਟਲੀ ਫਾਊਂਡ ਇਨ ਸਦਰਨ ਪਾਰਟ ਆਫ ਦਾ ਕੰਟਰੀ ਦੇ ਦੱਖਣੀ ਭਾਗ ਦੇ ਵਿੱਚ ਇਹ ਜ਼ਿਆਦਾਤਰ ਪਾਏ ਜਾਂਦੇ ਨੇ। ਦਾ ਯੂਰਪੀਅਨ ਸਪੈਸ਼ਲੀ ਵੈਲਜੀਅਨ ਐਕਸਪਲੋਰੇਟਡ the rich mineral resources, the people are not skilled in developing these resources। ਜਿਹੜੇ ਆਪਾਂ ਜਿਵੇਂ ਦੇਖੀਏ ਇੰਡੀਆ ਦੇ ਉੱਪਰ ਬ੍ਰਿਟਿਸ਼ ਜੋ ਅੰਗਰੇਜ਼ ਸੀ, ਉਹਨਾਂ ਨੇ ਇੱਥੇ ਕਾਫੀ ਸਮੇਂ ਤੱਕ ਰਾਜ ਕੀਤਾ ਅਤੇ ਇੱਥੋਂ ਦੇ ਜਿੰਨੇ ਵੀ ਰਿਸੋਰਸ ਸੀਗੇ ਉਹਨਾਂ ਨੂੰ ਐਕਸਪਲੋਰ ਕੀਤਾ। ਇਸੇ ਤਰ੍ਹਾਂ ਹੀ ਜੋ ਕੋਂਗੋ ਦੇ ਵਿੱਚ ਬੈਲਜੀਅਨ ਜਿਹੜੇ ਸੀਗੇ ਯੂਰਪੀਅਨ, ਇਹਨਾਂ ਨੇ ਕਾਫੀ ਇੱਥੇ ਐਕਸਪਲੋਰ ਕੀਤਾ, ਇਹਨਾਂ ਨੂੰ ਨੁਕਸਾਨ ਕੀਤਾ, ਸ਼ੋਸ਼ਣ ਕੀਤਾ ਕਹਿ ਸਕਦੇ। ਇੱਥੇ ਜਿਹੜੇ ਰਿਚ ਮਿਨਰਲ ਸੀਗੇ, ਪਰ ਜਿਹੜੇ ਇੱਥੋਂ ਦੇ ਵਸਨੀਕ ਆ, ਲੋਕ ਆ, ਉਹ ਸਕਿੱਲ ਨਹੀਂ ਹੈਗੇ ਕਿ ਆਪਣੇ ਇਹਨਾਂ ਸੋਰਸ ਨੂੰ ਉਹ ਡਿਵੈਲਪ ਕਰ ਸਕਣ, ਆਪਣੇ ਆਪ ਨੂੰ ਅੱਗੇ ਲਿਜਾ ਸਕਣ। ਠੀਕ ਹੈ, ਨੈਕਸਟ ਆਪਾਂ ਗੱਲ ਕਰਦੇ ਹਾਂ ਦਾ ਥਿਕ ਫੋਰੈਸਟ ਆਰ ਕੱਟ ਐਂਡ ਵਾਂਟ ਟੂ ਕਲੀਅਰ ਲੈਂਡ ਫॉर ਫਾਰਮਿੰਗ ਵਿਚ ਇਜ਼ ਐਨ ਇੰਪੋਰਟੈਂਟ ਇਕਨੋਮਿਕ ਐਕਟੀਵਿਟੀ। ਜਿਹੜੇ ਇੱਥੇ ਸੰਘਣੇ ਜੰਗਲ ਨੇ, ਉਹਨਾਂ ਨੂੰ ਇੱਥੇ ਲੋਕ ਕੀ ਕਰਦੇ ਆ, ਫਿਰ ਕੱਟਦੇ ਆ ਅਤੇ ਉਹਨਾਂ ਨੂੰ ਕਲੀਅਰ ਕਰਦੇ ਆ ਅਤੇ ਉਸ ਲੈਂਡ ਦੇ ਉੱਪਰ ਇਹ ਫਾਰਮਿੰਗ ਕਰਦੇ ਆ। ਠੀਕ ਹੈ, ਜਿਹਦੇ ਨਾਲ ਇਹਨਾਂ ਦੀ ਇਕਨੋਮਿਕ ਐਕਟੀਵਿਟੀ ਚੱਲਦੀ ਰਹਿੰਦੀ ਆ। ਮੇਨ ਜਿਹੜੀਆਂ ਇੱਥੋਂ ਦੀਆਂ ਕ੍ਰੌਪਸ ਨੇ ਉਹ ਕੀ ਆ, ਕਸਾਵਾ ਕਹਿੰਦੇ ਆ, ਇਹਨਾਂ ਦੀ ਇੱਕ ਮੇਨ ਕ੍ਰੌਪ ਹੈ। ਰਾਈਸ ਐਂਡ ਮੇਜ਼ ਵੀ ਇੱਥੇ ਉਗਾਈਆਂ ਜਾਂਦੀਆਂ। ਕਸਾਵਾ ਕੀ ਆ, ਇਜ਼ ਦਾ ਸਟੈਪਲ ਫੂਡ ਆਫ ਪੀਪਲ। ਇਹਨਾਂ ਦਾ ਇੱਕ ਮੁੱਖ ਭੋਜਨ ਹੈ ਇਹਨਾਂ ਦਾ। ਇਟਸ ਰੂਟ ਐਂਡ ਡਰਾਈਡ ਐਂਡ ਗਰਾਊਂਡਡ ਇਨਟੂ ਦਾ ਫਲੋਰ ਫਾਰ ਮੇਕਿੰਗ ਬ੍ਰੈਡ। ਠੀਕ ਆ, ਇਹਨਾਂ ਦੀਆਂ ਜਿਹੜੀਆਂ ਰੂਟਸ ਨੇ ਉਹ ਕਾਫੀ ਡਰਾਈਜ਼ ਹੁੰਦੀਆਂ ਨੇ, ਇਹਨਾਂ ਦੇ ਬ੍ਰੈਡ ਦੀ ਬਣਾਉਣ ਦੇ ਲਈ ਮਦਦ ਹੁੰਦੀ ਹੈ। ਇਸ ਤੋਂ ਇਲਾਵਾ ਮੇਨ ਕੈਸ਼ ਜਿਹੜੇ ਕ੍ਰੌਪਸ ਨੇ ਉਹ ਵੀ ਪ੍ਰੋਡਿਊਸ ਕੀਤੇ ਜਾਂਦੇ ਨੇ, ਜਿਨ੍ਹਾਂ ਵਿੱਚ ਕੌਫੀ, ਕੋਕੋਆ, ਰਬੜ, ਤੰਬਾਕੂ, ਆਇਲ ਪਾਮ, ਇੱਦਾਂ ਦੇ ਸਾਰੇ ਕੈਸ਼ ਕ੍ਰੌਪ ਨੇ। ਠੀਕ ਹੈ, ਇਸ ਤੋਂ ਇਲਾਵਾ ਇਹਨਾਂ ਨੂੰ ਉਹ ਗਰੋਨ ਕੀਤਾ ਜਾਂਦਾ, ਉਗਾਇਆ ਜਾਂਦਾ, ਪਲਾਂਟੇਸ਼ਨ ਦੇ ਵਿੱਚ ਇਹਨਾਂ ਨੂੰ ਉਗਾਇਆ ਜਾਂਦਾ। ਕੈਸ਼ ਕ੍ਰੌਪ ਕੀ ਆ, ਆਰ exported to Europe and North America। Fishing is done in river and lake। The method of farming are primitive। ਦੇਖੋ ਇੱਥੋਂ ਜਿਹੜੇ ਕੁਛ ਕੈਸ਼ ਕ੍ਰੌਪ ਨੇ ਉਹ ਐਕਸਪੋਰਟ ਕੀਤੀਆਂ ਜਾਂਦੀਆਂ, ਬਾਹਰ ਭੇਜੀਆਂ ਜਾਂਦੀਆਂ, ਜਿਹਨੂੰ ਆਪਾਂ ਨਿਰਯਾਤ ਕਰਨਾ ਕਹਿੰਦੇ ਹਾਂ। ਉਹ ਕਿੱਥੇ ਭੇਜੀਆਂ ਜਾਂਦੀਆਂ? ਯੂਰਪ ਕੰਟਰੀਜ਼ ਦੇ ਵਿੱਚ ਜਾਂ ਫਿਰ ਨਾਰਥ ਅਮਰੀਕਾ ਦੇ ਭੇਜੀਆਂ ਜਾਂਦੀਆਂ। ਫਿਸ਼ਿੰਗ ਵੀ ਇੱਥੇ ਕਾਫੀ ਕੀਤੀ ਜਾਂਦੀ, ਜਿਹੜੀ ਰਿਵਰ ਅਤੇ ਲੇਕ ਤੋਂ ਕੀਤੀ ਜਾਂਦੀ ਹੈ, ਅਤੇ ਫਾਰਮਿੰਗ ਵੀ ਇੱਥੇ ਕੀ ਆ, ਪ੍ਰੀਮਿਟਿਵ ਆ। ਇਸ ਤੋਂ ਇਲਾਵਾ ਦੇਅਰ ਆਰ ਓਨਲੀ a few industry due to lack of technology and source of power। Hydroelectricity is the main source of energy। The main industry unit of the food processing, textile mill, beverage, cigarette, refining, minerals and consumer goods। ਠੀਕ ਹੈ, ਇਸ ਤੋਂ ਇਲਾਵਾ ਇੱਥੇ ਕੀ ਆ, ਇੰਡਸਟਰੀਜ਼ ਦੀ ਹੈ ਜਿਹੜੀ ਕੋਈ ਕਾਫੀ, ਕਿਉਂਕਿ ਇੰਨੀ ਟੈਕਨੋਲੋਜੀ ਹੈ ਨਹੀਂ, ਉਸ ਦੀ ਕਮੀ ਆ। ਅਤੇ ਇਹਨਾਂ ਦੇ ਜਿਹੜੇ ਸੋਰਸ ਆਫ ਪਾਵਰ ਇੱਥੇ ਕੀ ਆ, ਉਹ ਹਾਈਡਰੋ ਇਲੈਕਟ੍ਰੀਸਿਟੀ, ਮਤਲਬ ਪਾਣੀ ਤੋਂ ਬਣਨ ਵਾਲੀ ਜੋ ਬਿਜਲੀ ਆ ਉਹ ਯੂਜ਼ ਕਰਦੇ ਆ ਸੋਰਸ ਆਫ ਐਨਰਜੀ ਦੇ ਲਈ। ਜਿਹੜੀਆਂ ਇੰਡਸਟਰੀਜ਼ ਇੱਥੇ ਲੱਗੀਆਂ ਹੋਈਆਂ, ਜਿਹਦੇ ਵਿੱਚ ਫੂਡ ਪ੍ਰੋਸੈਸਿੰਗ ਹੋ ਗਏ, ਟੈਕਸਟਾਈਲ ਮਿੱਲ ਹੋ ਗਏ, ਬੀਵਰੇਜ ਹੋ ਗਏ, ਸਿਗਰਟ ਹੋ ਗਏ, ਰਿਫਾਈਨਿੰਗ, ਇਹ ਸਾਰੀਆਂ ਚੀਜ਼ਾਂ, ਕੰਜ਼ਿਊਮਰ ਗੁੱਡ, ਇਹਨਾਂ ਚੀਜ਼ਾਂ ਨੂੰ ਆਹ ਇੰਡਸਟਰੀ ਇੱਥੇ ਡਿਵੈਲਪ ਨੇ। ਨੈਕਸਟ ਗੱਲ ਕਰਦੇ ਹਾਂ ਆਪਾਂ ਇਸ ਦੇ ਵਿੱਚ ਦਾ ਕੰਟਰੀ ਹੈਜ਼ ਪੂਅਰ ਸਿਸਟਮ ਆਫ ਟਰਾਂਸਪੋਰਟ। ਇਸ ਦੇ ਵਿੱਚ ਆਪਾਂ ਦੇਖਾਂਗੇ ਵੀ ਜਿਹੜੀ ਇਸ ਕੰਟਰੀ ਦੇ ਵਿੱਚ ਜਿਹੜਾ ਕੀ ਹੈ, ਟਰਾਂਸਪੋਰਟ, ਆਵਾਜਾਈ ਦਾ ਜਿਹੜਾ ਸਿਸਟਮ ਆ ਉਹ ਕਾਫੀ ਪੂਅਰ ਹੈ, ਇੰਨਾ ਡਿਵੈਲਪ ਨਹੀਂ ਹੈਗਾ। ਰੀਜ਼ਨ ਕੀ ਹੈ ਇਸ ਦਾ?
road and railway are difficult to construct due to thick forest and many river। ਜਿਹੜੇ ਰੋਡ ਨੇ ਸੜਕਾਂ ਨੇ ਚਾਹੇ ਰੇਲਵੇ ਆ ਜੇਕਰ ਇਹਨਾਂ ਨੂੰ ਆਪਾਂ ਤਿਆਰ ਕਰਵਾਉਣਾ ਤਾਂ ਇਹਦੇ ਲਈ ਉਹ ਕੀ ਇਹਨਾਂ ਨੂੰ ਦਿੱਕਤ ਆ ਰਹੀ ਹੈ ਇੱਥੇ ਕਿਉਂਕਿ ਥਿਕ ਫੋਰੈਸਟ ਨੇ ਬਹੁਤ ਜ਼ਿਆਦਾ ਸੰਘਣੇ ਜੰਗਲ ਨੇ ਅਤੇ ਰਿਵਰ ਨੇ ਤਾਂ ਕਰਕੇ ਇਹਨਾਂ ਸੜਕਾਂ 'ਤੇ ਰੇਲਵੇ ਦਾ ਜਾਲ ਨਹੀਂ ਵਿਛਾਇਆ ਜਾ ਸਕਦਾ ਇੱਥੇ। ਵਾਟਰ ਜਿਹੜੀ ਟਰਾਂਸਪੋਰਟ ਆ ਅਲੋਂਗ ਸਮ ਆਫ ਦਾ ਰਿਵਰ ਨਾਓ ਈਜ਼ਲੀ ਅਵੇਲੇਬਲ। ਹੁਣ ਇੱਥੇ ਜਿਹੜੇ ਵਾਟਰ ਟਰਾਂਸਪੋਰਟ ਆ ਕੁਛ ਈਜ਼ਲੀ ਅਵੇਲੇਬਲ ਹੋ ਜਾਂਦੇ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਏਅਰ ਟਰਾਂਸਪੋਰਟ ਦੀ ਇਜ਼ ਨਾਓ ਬਿਕਮਿੰਗ ਪਾਪੂਲਰ, ਉਹ ਇੱਥੇ ਕਾਫੀ ਪਾਪੂਲਰ ਹੋ ਚੁੱਕਾ ਹੈ। ਦਾ ਮਾਈਨਿੰਗ ਸੈਂਟਰ ਆਰ ਵੈਲ ਕਨੈਕਟਡ, ਜਿਹੜੇ ਮਾਈਨਿੰਗ ਜਿੱਥੋਂ ਮਾਈਨਿੰਗ ਨੇ ਉਹਨਾਂ ਨੂੰ ਇੱਥੇ ਕਾਫੀ ਕਨੈਕਟ ਕੀਤਾ ਗਿਆ ਹੋਇਆ ਹੈ ਇਹਨਾਂ ਰੇਲਵੇ ਜਾਂ ਰੋਡ ਦੇ ਨਾਲ ਜਾਂ ਏਅਰ ਟਰਾਂਸਪੋਰਟ ਦੇ ਨਾਲ। ਨੈਕਸਟ ਚੈੱਕ ਪੁਆਇੰਟ ਨੇ ਇਸ ਦੇ ਵਿੱਚ ਤੁਸੀਂ ਦੇਖੋਗੇ ਫਸਟ ਜੇ ਆਪਾਂ ਫਿਲ ਕਰੀਏ ਤੁਸੀਂ ਜੇਕਰ ਪੜ੍ਹਿਆ ਧਿਆਨ ਨਾਲ ਸੁਣਿਆ ਹੈ ਇਸ ਵੀਡੀਓ ਨੂੰ ਇਸ ਲੈਸਨ ਨੂੰ, ਐਵਰਗ੍ਰੀਨ ਫੋਰੈਸਟ ਗਰੋ ਅਰਾਊਂਡ ਦਾ, ਜਿਹੜੇ ਐਵਰਗ੍ਰੀਨ ਫੋਰੈਸਟ ਹੁੰਦੇ ਨੇ ਉਹ ਕਿੱਥੇ ਗਰੋ ਕਰਦੇ ਨੇ, ਉਹ ਕਰਦੇ ਨੇ ਇਕੁਏਟਰ ਦੇ ਵਿੱਚ, ਠੀਕ ਹੈ। ਨੈਕਸਟ ਹੈ The Democratic Republic of Congo was previously known as ਜ਼ਾਇਰ ਦੇ ਨਾਂ ਦਾ ਆਪਾਂ ਕਹਿੰਦੇ ਸੀ ਇਸ ਨੂੰ ਪਹਿਲਾਂ, ਠੀਕ ਹੈ। ਇਸ ਤੋਂ ਇਲਾਵਾ ਥਰਡ ਹੈ The Democratic Republic of Congo is the, ਥਰਡ ਦੀ ਗੱਲ ਕਰੀਏ ਇਸ ਤੇ ਤੀਜੀ ਸਭ ਤੋਂ ਵੱਡੀ ਕੰਟਰੀ ਹੈ ਅਫਰੀਕਾ ਦੀ। ਇਸ ਤੋਂ ਇਲਾਵਾ ਫੋਰਥ ਦੀ ਗੱਲ ਕਰੀਏ ਇਸ ਦੀ ਜੋ ਕੈਪੀਟਲ ਹੈ ਰਿਪਬਲਿਕ ਆਫ ਕੋਂਗੋ ਦੀ ਕਿਨਸ਼ਾਸਾ ਹੈ, ਠੀਕ ਹੈ। ਅਤੇ ਫਿਫਥ ਹੈ ਜੋ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਸੇ ਜੋ ਫਲਾਈ ਹੈ ਉਹ ਇੱਥੋਂ ਦੀ ਜ਼ਹਿਰੀਲੀ ਮੱਖੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲਾਈਫ ਸਟਾਈਲ ਆਫ ਪੀਪਲ, ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ। ਜੋ DRC ਦੇ ਲੋਕ ਨੇ ਇੱਥੋਂ ਦੀ ਪਾਪੂਲੇਸ਼ਨ ਕੀ ਆ, ਸਪਾਰਸਲੀ ਪਾਪੂਲੇਟਡ ਆ, ਵੀ ਕਦੇ ਕਦੇ ਇੱਕੋ ਜਗ੍ਹਾ ਇਕੱਠੀ ਨਹੀਂ ਵਸੀ ਹੋਈ, ਅਲੱਗ-ਅਲੱਗ ਜਗ੍ਹਾ 'ਤੇ ਵਸੇ ਹੋਏ ਆ, ਠੀਕ ਹੈ। ਜਿਹੜੇ ਜ਼ਿਆਦਾਤਰ ਲੋਕ ਨੇ ਕਿੱਥੇ ਰਹਿਣਾ ਪਸੰਦ ਕਰਦੇ ਆ, ਪਿੰਡਾਂ ਦੇ ਵਿੱਚ। ਮੋਸਟ ਆਫ ਦਾ ਵਿਲੇਜ ਆਰ ਅਲੋਂਗ ਰਿਵਰ ਐਂਡ ਨੀਅਰ ਮਾਈਨ, ਜਿਹੜੇ ਜ਼ਿਆਦਾਤਰ ਪਿੰਡ ਕਿੱਥੇ ਵਸੇ ਹੋਏ ਆ, ਦਰਿਆਵਾਂ ਦੇ ਨੇੜੇ ਜਾਂ ਫਿਰ ਮਾਈਨਸ ਦੇ ਨੇੜੇ, ਠੀਕ ਆ। ਜੋ 1/3 ਆਫ ਦਾ ਪਾਪੂਲੇਸ਼ਨ ਲਿਵਸ ਇਨ ਟਾਊਨ ਐਂਡ ਸਿਟੀਜ਼, ਠੀਕ ਆ। 1/3 ਜਿਹੜੇ ਲੋਕ ਨੇ ਜਿਹੜੀ ਵਸੋਂ ਆ ਉਹ ਨਗਰਾਂ ਅਤੇ ਸ਼ਹਿਰਾਂ ਦੇ ਵਿੱਚ ਰਹਿੰਦੀ ਹੈ। Some villagers have migrated to town and work in mines and factories. The main occupation of these living in villages are gathering, hunting, fishing and farming. ਦੇਖੋ ਜਿਹੜੇ ਲੋਕ ਨੇ ਪਿੰਡਾਂ ਦੇ ਉਹ ਮਾਈਗਰੇਟ ਹੁੰਦੇ ਰਹਿੰਦੇ ਨੇ। ਮਾਈਗਰੇਟ ਮੀਨਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਰਹਿੰਦੇ ਨੇ ਕਿਸ ਚੀਜ਼ ਲਈ, ਵਰਕ ਕਰਨ ਦੇ ਲਈ, ਮਾਈਨਸ ਦੇ ਵਿੱਚ ਜਾਂ ਫਿਰ ਫੈਕਟਰੀ ਦੇ ਵਿੱਚ। ਵੈਸੇ ਇਹਨਾਂ ਦਾ ਮੇਨ ਆਕੂਪੇਸ਼ਨ ਕੀ ਆ ਪਿੰਡਾਂ ਵਾਲਿਆਂ ਦਾ, ਗੈਦਰਿੰਗ, ਹੰਟਿੰਗ, ਫਿਸ਼ਿੰਗ ਐਂਡ ਫਾਰਮਿੰਗ। ਨੈਕਸਟ ਇੱਥੇ ਇੱਕ ਬੰਤੂ ਨੀਗਰੋਜ਼ ਨੇ, ਉਹਨਾਂ ਦੀ ਤੁਸੀਂ ਪਿਕਚਰ ਦੇਖ ਸਕਦੇ ਹੋ, ਉਹਨਾਂ ਦੇ ਬਾਰੇ ਆਪਾਂ ਨੈਕਸਟ ਪੇਜ 'ਤੇ ਡਿਸਕਸ ਕਰਦੇ ਹਾਂ। ਮੋਸਟ ਆਫ ਦਾ ਪੀਪਲ ਆਰ ਬੰਤੂ ਨੀਗਰੋਜ਼ ਹੂ ਆਰ ਟਾਲ ਐਂਡ ਹੈਵ ਕਰਲੀ hair. They speak Bantu language and are fond of music and dance. They follow traditional lifestyle and wear colorful dresses. ਇੱਥੇ ਆਪਾਂ ਗੱਲ ਕਰਦੇ ਹਾਂ ਬਾਂਤੂ ਨੀਗਰੋਜ਼ ਦੀ, ਜੋ ਕਿ ਕੱਦ ਦੇ ਵਿੱਚ, ਹਾਈਟ ਦੇ ਵਿੱਚ ਲੰਬੇ ਨੇ, ਵਾਲ ਉਹਨਾਂ ਦੇ ਕਰਲੀ ਹੁੰਦੇ ਨੇ, ਘੁੰਗਰਾਲੇ ਵਾਲ ਹੁੰਦੇ ਨੇ, ਜੋ ਕਿ ਬਾਂਤੂ ਲੈਂਗੁਏਜ ਹੀ ਬੋਲਦੇ ਨੇ। ਉਹਨਾਂ ਦਾ ਸ਼ੌਂਕ ਕੀ ਆ, ਮਿਊਜ਼ਿਕ ਅਤੇ ਡਾਂਸ ਦਾ, ਜੋ ਆਪਣੇ ਟਰੈਡੀਸ਼ਨਲ ਲਾਈਫ ਸਟਾਈਲ ਨੂੰ ਹੀ ਹਜੇ ਵੀ ਫੋਲੋ ਕਰਦੇ ਆ ਅਤੇ ਕਲਰਫੁਲ ਜਿਹੜੇ ਡਰੈਸਿਸ ਨੇ ਉਹ ਪਹਿਨਦੇ ਆ। ਦਾ ਓਰੀਜਨਲ ਟਰਾਈਬ ਆਰ ਪੈਗਮੀਜ਼ ਹੂ ਆਰ ਸ਼ਾਰਟ ਇਨ ਹਾਈਟ. They live mostly in Aturi forest in the northeast. They still lead to primitive life and move about in search of food. ਜਿਹੜੇ ਇੱਥੋਂ ਦੇ ਓਰੀਜਨਲ ਟਰਾਈਬਲ ਨੇ, ਪੈਗਮੀਜ਼ ਕਹਿੰਦੇ ਆ ਉਹਨਾਂ ਨੂੰ, ਉਹ ਹਾਈਟ ਦੇ ਵਿੱਚ ਛੋਟੇ ਨੇ। ਐਤੂਰੀ ਜਿਹੜੇ ਫੋਰੈਸਟ ਨੇ ਜਿਹੜੇ ਨਾਰਥ ਈਸਟ ਦੇ ਵਿੱਚ ਉੱਥੇ ਰਹਿੰਦੇ ਨੇ ਅਤੇ ਪਰਮਿਟਿਵ ਲਾਈਫ ਆ ਜਿਹੜੀ ਦਿਹਾਤੀ ਜ਼ਿੰਦਗੀ ਆ ਉਹਨੂੰ ਹੀ ਹਜੇ ਉਹ ਫੋਲੋ ਕਰ ਰਹੇ ਨੇ ਅਤੇ ਫੂਡ ਦੇ ਲਈ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਹੁੰਦੇ ਰਹਿੰਦੇ ਨੇ। ਗੱਲ ਨੈਕਸਟ ਕਰਦੇ ਹਾਂ ਆਪਾਂ ਪੈਰਾ ਦੇ ਵਿੱਚ। ਆਫਟਰ ਇੰਡੀਪੈਂਡੈਂਸ, ਜੇਕਰ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਤਾਂ ਇੱਥੋਂ ਦੀ ਗੌਰਮੈਂਟ ਨੇ ਕੀ ਕੀਤਾ, ਇਹ ਇੱਥੋਂ ਦੇ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਡਿਵੈਲਪ ਕੀਤਾ। ਦਾ ਮਨੀ ਅਰਨ ਫਰੋਮ ਮਿਨਰਲਸ ਐਂਡ ਕੈਸ਼ ਕ੍ਰੌਪਸ ਇਜ਼
used for the building of road, railway, the other facilities. Some new cities have also been developed. The progress is slow and the lifestyle and the standard of living is improving. ਠੀਕ ਆ, ਇਹਨਾਂ ਜੋ ਇੱਥੋਂ ਦੀ ਗੌਰਮੈਂਟ ਆ ਉਸਨੇ ਕਾਫੀ ਪੈਸਾ ਅਰਨ ਕੀਤਾ ਕਿ ਇਸ ਚੀਜ਼ ਤੋਂ ਕਮਾਇਆ, ਮਿਨਰਲਸ ਤੋਂ ਜਾਂ ਫਿਰ ਕੈਸ਼ ਕ੍ਰੌਪਸ ਤੋਂ। ਠੀਕ ਹੈ, ਅਤੇ ਇਸ ਦੇ ਨਾਲ ਉਹਨਾਂ ਨੇ ਕੀ ਕੀਤਾ, ਫਿਰ ਬਿਲਡਿੰਗ ਆਫ ਰੋਡ ਬਣਾਏ, ਰੇਲਵੇ ਟਰੈਕ ਬਣਾਏ, ਅਦਰ ਫੈਸਿਲਿਟੀਜ਼ ਜੋ ਲੋਕਾਂ ਨੂੰ ਦਿੱਤੀਆਂ, ਅਤੇ ਕੁਝ ਨਵੇਂ ਸ਼ਹਿਰ ਡਿਵੈਲਪ ਕੀਤੇ। ਇੱਥੋਂ ਦੀ ਜੋ ਪ੍ਰੋਗਰੈਸ ਹੈ ਉਹ ਕਾਫੀ ਸਲੋ ਹੈ, ਪਰ ਲਾਈਫ ਸਟਾਈਲ ਐਂਡ ਸਟੈਂਡਰਡ ਲਿਵਿੰਗ ਇਜ਼ ਇੰਪਰੂਵਿੰਗ। ਇੱਥੋਂ ਦਾ ਲਾਈਫ ਸਟਾਈਲ ਅਤੇ ਜਿਹੜਾ ਸਟੈਂਡਰਡ ਹੈ ਉਹ ਹੌਲੀ ਹੌਲੀ ਇੰਪਰੂਵ ਹੋ ਰਿਹਾ ਹੈ। ਡੀਅਰ ਸਟੂਡੈਂਟ, ਆਈ ਹੋਪ ਤੁਸੀਂ ਇਸ ਲੈਸਨ ਨੂੰ ਚੰਗੀ ਤਰ੍ਹਾਂ ਸਮਝਿਆ ਹੋਵੇਗਾ। ਨੈਕਸਟ ਟਾਈਮ ਆਪਾਂ ਇਸ ਨੂੰ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਹੈ ਅਤੇ ਇਸ ਦਾ ਬੁੱਕ ਪਾਰਟ ਤੁਸੀਂ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਹੈਵ ਏ ਨਾਈਸ ਡੇ। ਥੈਂਕ ਯੂ।